सजना हाँ देखा दर्शन तेरा राम घर आपन रै खड़ी तक्का मैं मन चाओ कनेरा राम मन चाओ कनेरा सुन प्रभ मेरा मैं तेरा परवासा दर्शन देख भई नेह केवल जन्म मरण दुख नासा सगली जोत जाता तू सोई मिलया पाए सो पाए नानक साजन को बल जाइए साच मिले घर आए सगली जोत जाता तू सोई मिलया पाए सो पाए नानक साजन को बल जाइए साच मिले घर आए हो आया दूरों चल कर मैं थकी तो सरनाए जियो मैं आशा रखी चित में मेरा सबो दुख गुवाए जियो सुखाओ होटल गुर सेवी दर्शन परसया जन्म मरण दुख वै सिफत खसामदी नूर अरसों कुरसों तुद डिठे सचे पातशाह माल जन्म जन्म तुद डिठे सचे पातशाह माल जन्म जन्म दी कटिया सतनाम श्री वाहिगुरु साहिब जीओ राग सूही महला पहला घर तीजा एक ओंकार सतगुर प्रसाद आवो सज्जना आओ देखा दर्शन तेरा राम आप घर अपने खड़ी तका मैं मन चाओ कनेरा राम मन चाओ कनेरा सुन प्रभ मेरा मैं तेरा परवासा दर्शन देख भई नेह केवल जन्म मरण दुख नासा सगली जोत जाता तू सोई मिलया पाए सुभाए नानक साजन को बल जाइए साच मिले घर आए आवो सजना
ਹਉ ਦੇਖਾਂ ਦਰਸ਼ਨ ਤੇਰਾ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਸਤਿਗੁਰੂ ਜੀਆਂ ਨੇ ਅੰਮ੍ਰਿਤ ਵੇਲੇ ਦਾ ਇਹ ਸੁਭਾਗਾ ਸਮਾਂ ਬਖਸ਼ਿਸ਼ ਕਰਕੇ ਸਤ ਸੰਗਤ ਦੀ ਦਾਤ ਦੇ ਨਾਲ ਸਾਨੂੰ ਨਿਵਾਜਿਆ ਹੈ। ਵੱਡੇ ਭਾਗ ਹੋਏ ਹਨ ਜੋ ਗੁਰੂ ਸੰਗਤ ਵਿੱਚ ਬੈਠ ਕੇ ਸਤਿਗੁਰਾਂ ਦੀ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਸਰਵਨ ਕਰਕੇ ਨਿਤਨੇਮ ਦੀਆਂ ਦਾਤਾਂ ਸਰਵਨ ਕਰਦਿਆਂ ਹੋਇਆਂ ਅੰਮ੍ਰਿਤ ਵੇਲਾ ਸਫਲਾ ਬਣਾਇਆ ਹੈ। ਇਸ ਵੇਲੇ ਸਤਿਗੁਰੂ ਕਿਰਪਾ ਕਰ ਰਹੇ ਨੇ। ਗੁਰਬਾਣੀ ਦੀ ਜੋ ਲੜੀਵਾਰ ਕਥਾ ਹੈ ਉਹ ਸਾਨੂੰ ਪ੍ਰਾਪਤ ਹੋ ਰਹੀ ਹੈ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਨ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਸੂਹੀ ਮਹਲਾ ਪਹਿਲਾ ਘਰ ਤੀਜਾ। ਸੂਹੀ ਰਾਗ ਦਾ ਇਹ ਸ਼ਬਦ ਹੈ। ਪਹਿਲੇ ਪਾਤਸ਼ਾਹ ਗੁਰਦੇਵ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਵਨ ਪਵਿੱਤਰ ਬਚਨ ਬਖਸ਼ਿਸ਼ ਕਰ ਰਹੇ ਨੇ। ਤੀਸਰੇ ਘਰ ਦੇ ਅੰਦਰ ਗਾਉਣ ਦਾ ਹੁਕਮ ਹੈ। ਐਸਾ ਸ਼ਬਦ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਜੋ ਪਰਮਾਤਮਾ ਹੈ, ਨਿਰੰਕਾਰ, ਉਸ ਦੀ ਪ੍ਰਾਪਤੀ ਜੇ ਕਰਨੀ ਚਾਹੁੰਦਾ ਹੈ ਤੇ ਸਤਿਗੁਰ ਪ੍ਰਸਾਦ, ਗੁਰੂ ਦੀ ਪ੍ਰਸੰਨਤਾ ਲੈ, ਗੁਰੂ ਦੀ ਖੁਸ਼ੀ ਲੈਣਾ ਕਰ। ਗੁਰੂ ਦੀ ਖੁਸ਼ੀ ਦੇ ਨਾਲ, ਸੇਵਾ ਦੇ ਨਾਲ, ਸਿਮਰਨ ਦੇ ਨਾਲ, ਸਤ ਸੰਗਤ ਕਰਦਿਆਂ ਹੋਇਆਂ ਉਹ ਪਰਮਾਤਮਾ ਪ੍ਰਾਪਤ ਹੁੰਦਾ ਹੈ। ਜਿਵੇਂ ਡਿਗਰੀ ਲੈਣ ਵਾਸਤੇ ਸਕੂਲ ਵਿੱਚ, ਕਾਲਜ ਵਿੱਚ ਪੜ੍ਹਨਾ ਜ਼ਰੂਰੀ ਹੈ, ਇਸੇ ਤਰ੍ਹਾਂ ਸ਼ੁਭ ਗੁਣ ਲੈਣ ਵਾਸਤੇ ਸੰਗਤ ਵਿੱਚ ਬੈਠਣਾ ਜ਼ਰੂਰੀ ਹੈ, ਸੰਗਤ ਵਿੱਚ ਆਉਣਾ ਜ਼ਰੂਰੀ ਹੈ। ਇਹ ਸੰਗਤ ਵਿੱਚ ਸਾਨੂੰ ਸ੍ਰੇਸ਼ਟ ਗੁਣ ਪ੍ਰਾਪਤ ਹੁੰਦਾ, ਜਿਨ੍ਹਾਂ ਗੁਣਾਂ ਦੇ ਨਾਲ ਉਹ ਪਰਮਾਤਮਾ ਮਿਲਦਾ ਹੈ। ਇੱਕ ਓੰਕਾਰ, ਜੋ ਓੰਕਾਰ ਪਰਮਾਤਮਾ ਇੱਕ ਹੈ, ਉਹਦੀ ਪ੍ਰਾਪਤੀ ਸ਼ੁਭ ਗੁਣਾਂ ਨਾਲ ਹੁੰਦੀ ਹੈ ਅਤੇ ਸ਼ੁਭ ਗੁਣ ਸੰਗਤ ਵਿੱਚੋਂ ਪ੍ਰਾਪਤ ਹੁੰਦੇ। ਸ਼ੁਭ ਗੁਣਾਂ ਦੀ ਪ੍ਰਾਪਤੀ ਕਰਕੇ ਗੁਰੂ ਦੀ ਖੁਸ਼ੀ ਪ੍ਰਾਪਤ ਕਰਨਾ ਕਰ। ਆਵੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ। ਸਤਿਗੁਰਾਂ ਦੇ ਅੱਗੇ ਬੇਨਤੀ ਕਰ, ਐ ਸੱਜਣ, ਐ ਪਰਮਾਤਮਾ ਕਿਰਪਾ ਕਰੋ, ਆਵੋ ਤੁਸੀਂ ਆਉਣਾ ਕਰੋ ਤਾਂ ਕਿ ਮੈਂ ਤੁਹਾਡੇ ਦਰਸ਼ਨ ਕਰ ਲਵਾਂ। ਮੈਂ ਤੁਹਾਡੇ ਦਰਸ਼ਨਾਂ ਨੂੰ ਚਾਹੁੰਦਾ ਹਾਂ, ਪਰ ਦਰਸ਼ਨ ਤਾਂ ਹੀ ਪ੍ਰਾਪਤ ਹੋਣਗੇ ਜੇ ਤੁਸੀਂ ਆ ਕੇ ਮੈਨੂੰ ਦਰਸ਼ਨਾਂ ਦੀ ਦਾਤ ਦੇਵੋਗੇ, ਤਾਂ ਮੈਨੂੰ ਉਹ ਦਰਸ਼ਨ ਪ੍ਰਾਪਤ ਹੋਣੇ ਹਨ। ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਸਿੱਖ ਨੇ ਸਨਮੁਖ ਸ਼ਾਹੂਕਾਰ, ਮਨਸੁਖ ਸ਼ਾਹੂਕਾਰ, ਸੰਗਲਾ ਦੀਪ ਲੰਕਾ ਵਿੱਚ ਚਲੇ ਗਏ ਨਾ। ਇੱਥੇ ਕੋਈ ਹਿੰਦੂ ਮਤ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਸਾਰੇ ਹਿੰਦੂ ਮਤ ਦੇ ਲੋਕ ਉਹ ਤਿਉਹਾਰ ਮਨਾਉਂਦੇ ਪਏ, ਪਰ ਇਸ ਮਨਸੁਖ ਸ਼ਾਹੂਕਾਰ ਨੇ ਨਹੀਂ ਮਨਾਇਆ। ਕਿਸੇ ਨੇ ਜਾ ਕੇ ਰਾਜੇ ਕੋਲ ਸ਼ਿਕਾਇਤ ਕੀਤੀ ਵੀ ਇਹ ਹੈ ਹਿੰਦੂ, ਪਰ ਇਹਨੇ ਹਿੰਦੂ ਪ੍ਰਥਾ ਨੂੰ ਅੱਜ ਮਨਾਇਆ ਨਹੀਂ ਹੈ, ਮੰਨਿਆ ਨਹੀਂ ਹੈ। ਰਾਜੇ ਨੇ ਪੁੱਛਿਆ ਕਾਰਨ ਕੀ ਹੈ। ਰਾਜੇ ਦਾ ਨਾਮ ਹੈ ਸ਼ਿਵਨਾਭ। ਤੇ ਭਾਈ ਮਨਸੁਖ ਸ਼ਾਹੂਕਾਰ ਕਹਿਣ ਲੱਗੇ, ਜੀ ਮੈਂ ਇਹਨਾਂ ਕਰਮਾਂ ਨੂੰ ਨਹੀਂ ਮੰਨਦਾ, ਇਹ ਤੇ ਕਰਮ ਹਨ ਨਿੱਕੇ ਮੋਟੇ। ਮੈਂ ਗੁਰੂ ਨਾਨਕ ਸਾਹਿਬ ਦਾ ਸਿੱਖ ਹਾਂ। ਮੈਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਦਾ, ਨਿਤਨੇਮ ਕਰਦਾ, ਸਿਮਰਨ ਕਰਦਾ। ਮੈਨੂੰ ਵੱਡੀ ਦਾਤ ਮਿਲੀ ਹੈ, ਨਿੱਕੇ ਮੋਟੇ ਕਰਮਾਂ ਵਿੱਚ ਮੈਂ ਪੈਂਦਾ ਨਹੀਂ।
ਜਦੋਂ ਗੁਰੂ ਨਾਨਕ ਸਾਹਿਬ ਦੀ ਸਿਫਤ ਸੁਣੀ ਨਾ ਰਾਜੇ ਨੇ, ਤੇ ਰਾਜਾ ਵੀ ਸ਼ਰਧਾਲੂ ਬਣ ਗਿਆ, ਪ੍ਰੇਮੀ ਬਣ ਗਿਆ। ਕਹਿਣ ਲੱਗਾ ਫਿਰ ਮੈਨੂੰ ਲੈ ਚਲੋ ਗੁਰੂ ਨਾਨਕ ਸਾਹਿਬ ਦੇ ਨਾਲ ਮਿਲਾਓ। ਤੇ ਜਿਹੜਾ ਸ਼ਾਹੂਕਾਰ ਸੀ ਨਾ ਮਨਸੋ, ਕਹਿਣ ਲੱਗਾ ਨਹੀਂ, ਤੁਹਾਨੂੰ ਗੁਰੂ ਨਾਨਕ ਸਾਹਿਬ ਦੇ ਕੋਲ ਜਾਣ ਦੀ ਲੋੜ ਨਹੀਂ ਹੈ। ਜੇ ਤੁਸੀਂ ਗੁਰੂ ਨਾਨਕ ਸਾਹਿਬ ਦਾ ਬਚਨ ਮੰਨੋਗੇ, ਕਮਾਈ ਕਰੋਗੇ, ਗੁਰੂ ਨਾਨਕ ਸਾਹਿਬ ਆਪ ਤੁਹਾਡੇ ਕੋਲ ਆਉਣਗੇ ਦਰਸ਼ਨ ਦੇਣ ਵਾਸਤੇ। ਇਸ ਰਾਜੇ ਨੇ ਮਨਸੁਖ ਦੇ ਕੋਲੋਂ ਮੰਤਰ ਲੈ ਕੇ ਆਪਣੇ ਘਰ ਵਿੱਚ ਹੀ ਬੈਠਾ ਕਮਾਈ ਕਰਨ ਲੱਗ ਪਿਆ। ਬੜਾ ਬਿਹਬਲ ਤੇ ਬੜਾ ਵਿਆਕੁਲ ਹੈ, ਕਦੋਂ ਸਮਾਂ ਆਵੇ ਗੁਰੂ ਨਾਨਕ ਸਾਹਿਬ ਦਰਸ਼ਨ ਦੇਣ। ਜਦੋਂ ਲੋਕਾਂ ਨੂੰ ਪਤਾ ਲੱਗ ਗਿਆ ਨਾ ਵੀ ਗੁਰੂ ਨਾਨਕ ਸਾਹਿਬ ਦਾ ਸ਼ਰਧਾਲੂ ਹੈ, ਕਈ ਪਖੰਡੀ ਝੂਠੇ ਲੋਕ, ਜਿਹੜੇ ਪਖੰਡੀ ਸਾਧੂ, ਪਖੰਡ ਕਰਨ ਵਾਲੇ, ਉਹ ਵੀ ਗੁਰੂ ਨਾਨਕ ਸਾਹਿਬ ਬਣ ਕੇ ਇਹਦੇ ਕੋਲ ਜਾਣ ਲੱਗ ਪਿਆ ਵੀ ਮੈਂ ਹੀ ਗੁਰੂ ਨਾਨਕ ਸਾਹਿਬ ਹਾਂ। ਰਾਜੇ ਵੱਲੋਂ ਮੋਟੀ ਮਾਇਆ ਮਿਲਦੀ, ਲੈ ਕੇ ਚਲੇ ਜਾਂਦੇ। ਹੌਲੀ ਹੌਲੀ ਰਾਜੇ ਨੂੰ ਸਮਝ ਆ ਗਈ ਵੀ ਇਹ ਗੁਰੂ ਨਾਨਕ ਸਾਹਿਬ ਨਹੀਂ, ਇਹ ਤੇ ਲੋਕ ਝੂਠੇ ਨੇ, ਕੇਵਲ ਨਾਮ ਵਰਤਦੇ ਨੇ ਮੇਰੇ ਕੋਲ ਮਾਇਆ ਲੈਣ ਵਾਸਤੇ। ਹੁਣ ਰਾਜੇ ਨੇ ਪਰਖ ਪਾ ਦਿੱਤੀ, ਆਪਣੇ ਸਿਪਾਹੀਆਂ ਵਜ਼ੀਰਾਂ ਨੂੰ ਆਖਿਆ ਵੀ ਜਿਹੜਾ ਵੀ ਗੁਰੂ ਨਾਨਕ ਸਾਹਿਬ ਬਣ ਕੇ ਆਵੇ, ਉਹਦੇ ਅੱਗੇ ਥੋੜ੍ਹੀ ਬਹੁਤੀ ਮਾਇਆ ਪਹਿਲਾਂ ਹੀ ਰੱਖ ਦਿਆ ਕਰੋ। ਜੇ ਤੇ ਝੂਠਾ ਹੋਇਆ ਤੇ ਉਹ ਮਾਇਆ ਲੈ ਕੇ ਚਲ ਜਿਆ ਕਰੇਗਾ। ਦੁਨੀਆ ਮਾਇਆ ਦੀ ਭੁੱਖੀ ਹੈ। ਜੇ ਮਾਇਆ ਨੂੰ ਨਾ ਹੱਥ ਪਾਵੇ, ਫਿਰ ਸੋਹਣੀਆਂ ਸੋਹਣੀਆਂ ਜਵਾਨ ਲੜਕੀਆਂ ਭੇਜ ਦਿਆ ਕਰੋ, ਇੱਥੋਂ ਪਤਾ ਲੱਗ ਜਾਏਗਾ ਵੀ ਅਸਲੀ ਹੈ ਕਿ ਨਕਲੀ ਹੈ। ਇਸੇ ਤਰ੍ਹਾਂ ਹੀ ਹੋਣ ਲੱਗ ਪਿਆ। ਪਖੰਡੀ ਜਾਂਦੇ ਨੇ, ਕੋਈ ਮਾਇਆ ਵਿੱਚ ਫਸ ਜਾਂਦਾ, ਕੋਈ ਵਿਕਾਰਾਂ ਵਿੱਚ ਫਸ ਜਾਂਦਾ। ਜਦੋਂ ਗੁਰੂ ਨਾਨਕ ਸਾਹਿਬ ਗਏ ਤੇ ਰਾਜੇ ਨੇ ਉਹੀ, ਹੁਣ ਉਹਨੂੰ ਨਹੀਂ ਨਾ ਪਤਾ ਵੀ ਅਸਲੀ ਕੌਣ ਤੇ ਨਕਲੀ ਕੌਣ ਹੈ। ਗੁਰੂ ਨਾਨਕ ਸਾਹਿਬ ਗਏ, ਉਹਨੇ ਪਹਿਲਾਂ ਮਾਇਆ ਭੇਜੀ, ਮਹਾਰਾਜ ਨੇ ਅੰਗੀਕਾਰ ਨਾ ਕੀਤੀ। ਫਿਰ ਉਹਨੇ ਅਪਸ਼ਰਾ ਭੇਜ ਦਿੱਤੀਆਂ, ਜਵਾਨ ਲੜਕੀਆਂ। ਮਹਾਰਾਜ ਸਾਹਿਬ ਜੀਆਂ ਦੇ ਸਾਹਮਣੇ ਨਾਚ ਕੀਤਾ ਉਹਨਾਂ ਨੇ ਆ ਕੇ। ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਉਚਾਰਨ ਕਰਕੇ ਸਾਰਿਆਂ ਦੇ ਤਪਦੇ ਹਿਰਦੇ ਸ਼ਾਂਤ ਕਰ ਦਿੱਤੇ। ਉਹਨਾਂ ਨੂੰ ਪੁੱਤਰੀਆਂ ਕਹਿ ਕੇ ਮਹਾਰਾਜ ਨੇ ਸੰਬੋਧਨ ਕੀਤਾ ਵੀ ਤੁਸੀਂ ਮੇਰੀਆਂ ਧੀਆਂ ਹੋ, ਗਾਛੋ ਪੁੱਤਰੀ ਰਾਜ ਕੁਆਰ। ਉਹਨਾਂ ਨੇ ਜਾ ਕੇ ਫਿਰ ਰਾਜੇ ਨੂੰ ਦੱਸਿਆ ਵੀ ਰਾਜਾ ਅੱਗੇ ਤੇ ਪਖੰਡੀ ਆਉਂਦੇ ਰਹੇ ਨੇ, ਨਕਲੀ ਆਉਂਦੇ ਰਹੇ, ਅਸਲੀ ਗੁਰੂ ਨਾਨਕ ਸਾਹਿਬ ਤੇ ਹੁਣ ਆਏ ਨੇ। ਰਾਜਾ ਦੌੜਿਆ ਮਹਿਲ ਦੇ ਵਿੱਚੋਂ ਦਰਸ਼ਨ ਕਰਨ ਵਾਸਤੇ। ਸਤਿਗੁਰਾਂ ਨੇ ਜਾਣ ਬੁੱਝ ਕੇ ਆਪਣੇ ਆਪ ਨੂੰ ਅਲੋਪ ਕਰ ਲਿਆ। ਤੇ ਰਾਜਾ ਇੱਧਰ ਉੱਧਰ ਭੱਜਾ ਫਿਰਦਾ ਜੰਗਲ ਵਿੱਚ, ਰੁੱਖਾਂ ਨੂੰ ਪੁੱਛਦਾ ਪਿਆ, ਸਪੈਦਿਆਂ ਨੂੰ, ਟਾਹਲੀਆਂ ਨੂੰ, ਕਿਕਰਾਂ ਨੂੰ, ਤੁਸੀਂ ਮੇਰੇ ਸਾਈਂ ਨੂੰ ਵੇਖਿਆ, ਤੁਸੀਂ ਮੇਰੇ ਮਾਲਕ ਨੂੰ ਵੇਖਿਆ, ਤੁਸੀਂ ਗੁਰੂ ਨਾਨਕ ਸਾਹਿਬ ਨੂੰ ਵੇਖਿਆ। ਪੁੱਛਦਾ ਪਿਆ ਰੁੱਖਾਂ ਦੇ ਕੋਲੋਂ, ਜਿਹੜੇ ਰੁੱਖਾਂ ਦੇ ਪੰਛੀ ਬੈਠੇ ਉਹਨਾਂ ਨੂੰ ਪੁੱਛਦਾ ਹੈ, ਤੁਸੀਂ ਉੱਡਦੇ ਹੋ, ਦੂਰ ਦੂਰ ਉਡਾਰੀਆਂ ਲਾਉਂਦੇ ਹੋ, ਕੀ ਤੁਸੀਂ ਮੇਰੇ ਪਿਆਰੇ ਨੂੰ ਵੇਖਿਆ ਹੈ? ਇਸ ਤਰ੍ਹਾਂ ਪੁੱਛਦਿਆਂ ਪੁੱਛਦਿਆਂ ਕਮਲਿਆਂ ਦੇ ਵਾਂਗ ਜੰਗਲ ਵਿੱਚ ਦੌੜਿਆ ਫਿਰਦਾ ਹੈ, ਭੱਜਿਆ ਹੀ ਫਿਰਦਾ ਹੈ। ਭੱਜਦਿਆਂ ਭੱਜਦਿਆਂ ਮੂਰਛਿਤ ਹੋ ਕੇ, ਬੇਹੋਸ਼ ਹੋ ਕੇ ਧਰਤੀ 'ਤੇ ਡਿੱਗ ਪਿਆ। ਡਿੱਗਿਆ ਹੋਇਆ ਵੀ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਦੇਵ ਕਹਿੰਦਾ ਹੈ। ਸਤਿਗੁਰੂ ਪ੍ਰਗਟ ਹੋ ਗਏ, ਰਾਜੇ ਨੂੰ ਦਰਸ਼ਨ ਦੇ ਕੇ ਮਹਾਰਾਜ ਨੇ ਨਿਹਾਲ ਕੀਤਾ। ਬਚਨ ਇਹ ਹੈ, ਜਿਹੜਾ ਭਾਵਨਾ ਦੇ ਨਾਲ ਯਾਦ ਕਰਦਾ ਹੈ ਉਹਨੂੰ ਗੁਰੂ ਆਪ ਦਰਸ਼ਨ ਦੇਣ ਵਾਸਤੇ ਜਾਂਦਾ ਹੈ, ਤੇ ਜਿਹਦੀ ਭਾਵਨਾ ਨਹੀਂ ਹੈ ਉਹ ਦਰਸ਼ਨ ਕਰਨ ਵਾਸਤੇ ਆ ਵੀ ਜਾਵੇ ਤਾਂ ਵੀ ਦਰਸ਼ਨ ਨਹੀਂ ਹੁੰਦੇ। ਹੁਣ ਬਾਦਸ਼ਾਹ ਔਰੰਗਜ਼ੇਬ ਗੁਰੂ ਹਰਕ੍ਰਿਸ਼ਨ ਮਹਾਰਾਜ ਦੇ ਦਰਸ਼ਨ ਕਰਨੇ ਚਾਹੁੰਦਾ ਧੱਕੇ ਦੇ ਨਾਲ, ਪਰ ਭਾਵਨਾ ਨਹੀਂ ਹੈ। ਜਿੰਨਾ ਚਿਰ ਮਹਾਰਾਜ ਸਰੀਰ ਵਿੱਚ ਚੜ੍ਹਦੀ ਕਲਾ ਵਿੱਚ ਰਹੇ, ਤੇ ਸਤਿਗੁਰਾਂ ਦਾ ਇਹ ਬਚਨ ਸੀ ਵੀ ਅਸੀਂ ਔਰੰਗਜ਼ੇਬ ਦੇ ਮੱਥੇ ਨਹੀਂ ਲੱਗਣਾ, ਭਾਵੇਂ ਕਿ ਉਹ ਹਿੰਦੁਸਤਾਨ ਦਾ ਬਾਦਸ਼ਾਹ ਹੈ, ਉਹਦੇ ਕੋਲ ਬੇਗਿਣਤ ਫੌਜਾਂ ਨੇ, ਬੜੀ ਤਾਕਤ ਹੈ, ਪਰ ਇੰਨੀ ਹਿੰਮਤ ਨਹੀਂ ਹੈ ਕਿ ਮਹਾਰਾਜ ਦਾ ਬਚਨ ਤੋੜ ਸਕੇ। ਗੁਰੂ ਹਰਕ੍ਰਿਸ਼ਨ ਮਹਾਰਾਜ ਦੀ ਉਮਰ 7 ਸਾਲ ਦੀ ਹੈ, ਪਰ ਔਰੰਗਜ਼ੇਬ ਬਾਦਸ਼ਾਹ ਸਤਿਗੁਰਾਂ ਦੇ ਦਰਸ਼ਨ ਨਹੀਂ ਕਰ ਪਾਇਆ। ਇੱਕ ਦਿਨ ਮਹਿਲਾਂ ਵਿੱਚ ਖਬਰ ਪਹੁੰਚ ਗਈ ਵੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੋਤੀ ਜੋਤ ਸਮਾ ਗਏ ਨੇ, ਸਰੀਰ ਛੱਡ ਗਏ।
ਰਾਜੇ ਨੇ ਸੋਚਿਆ ਵੀ ਅੱਜ ਮੌਕਾ ਹੈ, ਅੱਜ ਤੇ ਗੁਰੂ ਸਰੀਰ ਵਿੱਚ ਹੈ ਨਹੀਂ, ਅੱਜ ਤੇ ਸਰੀਰ ਹੀ ਹੈ ਨਾ ਇਕੱਲਾ। ਮਹਾਰਾਜ ਨੇ ਆਖਿਆ ਸੀ ਵੀ ਔਰੰਗਜ਼ੇਬ ਨੂੰ ਅਸੀਂ ਦਰਸ਼ਨ ਦੇਣੇ ਨਹੀਂ, ਹੁਣ ਮੈਨੂੰ ਕੌਣ ਰੋਕੇਗਾ। ਮਹਾਰਾਜ ਤੇ ਸੱਚਖੰਡ ਚਲੇ ਗਏ। ਮੈਂ ਉਹਨਾਂ ਦੇ ਸਰੀਰ ਦੇ ਦਰਸ਼ਨ ਕਰਕੇ ਇਹ ਗੱਲ ਸਾਬਤ ਕਰ ਦਿਆਂਗਾ ਵੀ ਜੋ ਗੁਰੂ ਨੇ ਆਖਿਆ ਹੈ ਮੈਂ ਉਸ ਤੋਂ ਉਲਟ ਕਰਕੇ ਵਿਖਾਇਆ ਹੈ। ਗੁਰੂ ਦਰਸ਼ਨ ਨਹੀਂ ਸੀ ਦੇਣੇ ਚਾਹੁੰਦਾ, ਮੈਂ ਕਰ ਲੈ। ਸਿਪਾਹੀਆਂ ਦੀ ਇੱਕ ਟੁਕੜੀ ਨਾਲ ਲੈ ਕੇ ਉਸ ਮਹੱਲ ਵਿੱਚ ਪਹੁੰਚਾ ਜਿੱਥੇ ਮਹਾਰਾਜ ਬਿਰਾਜੇ ਸਨ। ਸਿੱਖ ਬੜੇ ਭੈ ਭੀਤ ਹੋਏ ਵੇਖ ਕੇ ਔਰੰਗਜ਼ੇਬ ਨੂੰ ਵੀ ਹੁਣ ਇਹਨੂੰ ਨਾ ਕੌਣ ਕਰੇ। ਕੁਝ ਮੁਖੀ ਸਿੱਖ ਵੀ ਨਾਲ ਸਨ ਮਹਾਰਾਜ ਜੀਆਂ ਦੇ ਉਸ ਵੇਲੇ ਸਰੀਰ ਦੀ ਸੇਵਾ ਕਰਨ ਵਾਲੇ, ਪਰ ਔਰੰਗਜ਼ੇਬ ਦਾ ਡਰ, ਉਹਦੀ ਤਾਕਤ ਅੱਗੇ ਕੋਈ ਬੋਲ ਨਾ ਸਕਿਆ। ਸਾਰੇ ਚੁੱਪ ਕਰਕੇ ਪਿੱਛੇ ਹਟ ਗਏ। ਜਿਸ ਕਮਰੇ ਵਿੱਚ ਮਹਾਰਾਜ ਦਾ ਸਰੀਰ ਪਲੰਘੇ ਦੇ ਉੱਪਰ ਬਿਰਾਜਮਾਨ ਸੀ, ਬਾਦਸ਼ਾਹ ਨੇ ਸਾਰਿਆਂ ਨੂੰ ਪਰੇ ਕਰਕੇ ਜਦੋਂ ਆਪ ਉਸ ਕਮਰੇ ਵਿੱਚ ਪੈਰ ਪਾਇਆ ਨਾ, ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀਆਂ ਨੇ ਆਪਣਾ ਸਰੀਰ ਹੀ ਆਲੋਪ ਕਰ ਲਿਆ। ਬਾਦਸ਼ਾਹ ਤਾਕਤ ਵਿਖਾਉਣੀ ਚਾਹੁੰਦਾ, ਤਾਕਤ ਦੇ ਜ਼ੋਰ ਦੇ ਨਾਲ ਦਰਸ਼ਨ ਕਰਨੇ ਚਾਹੁੰਦਾ, ਪਰ ਮਨ ਵਿੱਚ ਸ਼ਰਧਾ ਨਹੀਂ ਹੈ। ਦਰਸ਼ਨ ਕਰਨ ਪਹੁੰਚਿਆ, ਮਹਾਰਾਜ ਨੇ ਸਰੀਰ ਆਲੋਪ ਕਰ ਲਿਆ। ਕਮਰੇ ਦੇ ਵਿੱਚੋਂ ਇੰਨੀ ਡਰਾਉਣੀ ਆਵਾਜ਼, ਇੰਨਾ ਡਰ ਪੈਦਾ ਹੋਇਆ ਕਿ ਬਾਦਸ਼ਾਹ ਦੇ ਮੱਥੇ 'ਤੇ ਤਰੇਲੀਆਂ ਉਤਰ ਆਈਆਂ। ਬੜੀ ਛੇਤੀ ਦੌੜ ਕੇ ਕਮਰੇ ਵਿੱਚੋਂ ਬਾਹਰ ਨਿਕਲਿਆ, ਜਿਵੇਂ ਕੋਈ ਬੰਦਾ ਜਾਨ ਬਚਾ ਕੇ ਭੱਜਦਾ ਹੈ। ਮਹੱਲ ਦੇ ਵਿੱਚੋਂ, ਮਹਿਲ ਦੇ ਵਿੱਚੋਂ ਬਾਹਰ ਨਿਕਲਦਾ ਹੋਇਆ ਕਹਿਣ ਲੱਗਾ, ਤੁਸੀਂ ਆਪਣੇ ਗੁਰੂ ਦੀ ਅੰਤਮ ਕਿਰਿਆ ਕਰ ਲਵੋ। ਪਤਾ ਲੱਗ ਗਿਆ ਮੈਨੂੰ ਦਰਸ਼ਨ ਨਹੀਂ ਹੋਣੇ। ਬਚਨ ਇਹ ਹੈ, ਜਿਨ੍ਹਾਂ ਦੀ ਭਾਵਨਾ ਹੈ ਉਹਨਾਂ ਨੂੰ ਗੁਰੂ ਦਰਸ਼ਨ ਦੇਣ ਆਪ ਜਾਂਦਾ ਹੈ। ਸ਼ਿਵਨਾਭ ਦੇ ਰਾਜੇ ਨੂੰ ਦਰਸ਼ਨ ਦਿੱਤੇ। ਜਿਨ੍ਹਾਂ ਦੀ ਭਾਵਨਾ ਨਹੀਂ ਹੈ ਉਹ ਭਾਵੇਂ ਯਤਨ ਵੀ ਕਰ ਲੈਣ, ਔਰੰਗਜ਼ੇਬ ਦੇ ਵਾਂਗ ਉਹ ਦਰਸ਼ਨ ਕਰ ਹੀ ਨਹੀਂ ਪਾਉਣਗੇ। ਸਤਿਗੁਰੂ ਕਹਿਣ ਲੱਗੇ, ਆਵੋ ਸੱਜਣਾ ਹੋਂ ਦੇਖਾਂ ਦਰਸ਼ਨ ਤੇਰਾ ਰਾਮ। ਐ ਰਾਮ ਸਰੂਪ ਪਰਮਾਤਮਾ, ਤੂੰ ਸੱਜਣ ਹੈ, ਲੋਕ ਤੇ ਪਰਲੋਕ ਦਾ ਮਿੱਤਰ ਹੈ। ਐ ਮਿੱਤਰ ਪਰਮਾਤਮਾ, ਤੂੰ ਆ ਮੇਰੇ ਪਾਸ, ਮੈਂ ਤੇਰੇ ਦਰਸ਼ਨ ਦੇਖਣੇ ਚਾਹੁੰਦਾ ਹਾਂ, ਮੈਂ ਤੇਰੇ ਦਰਸ਼ਨ ਕਰਨੇ ਚਾਹੁੰਦਾ ਹਾਂ। ਮੈਨੂੰ ਐਸੀ ਦਰਸ਼ਨਾਂ ਦੀ ਦਾਤ ਦੇਣਾ ਕਰੋ। ਘਰ ਆਪਣੇ ਖੜੀ ਤੱਕਾਂ, ਮੈਂ ਆਪਣੇ ਸਰੀਰ ਰੂਪੀ ਘਰ ਦੇ ਵਿੱਚ ਖੜ ਕੇ ਆਪ ਜੀ ਦੇ ਰਾਹ ਨੂੰ ਤੱਕਦੀ ਪਈ ਹਾਂ। ਜਦੋਂ ਕਿਸੇ ਨੇ ਆਉਣਾ ਹੋਵੇ ਨਾ, ਤੇ ਅਸੀਂ ਕੋਠੇ 'ਤੇ ਚੜ੍ਹ ਕੇ, ਉੱਚੀ ਥਾਂ 'ਤੇ ਚੜ੍ਹ ਕੇ ਵੇਖੀਦਾ ਵੀ ਇਸ ਰਸਤੇ ਤੋਂ ਉਹਨੇ ਆਉਣਾ ਹੈ। ਭਾਵੇਂ ਕਿ ਉਹਨੇ ਰਸਤੇ ਦੇ ਵਿੱਚੋਂ ਦੀ ਹੋ ਕੇ ਆਉਣਾ ਸਾਡੇ ਘਰ ਹੀ ਹੈ, ਅਸੀਂ ਘਰੇ ਵੀ ਬੈਠੇ ਰਵਾਂਗੇ ਤਾਂ ਵੀ ਉਹਨੇ ਆ ਜਾਣਾ ਹੈ। ਪਰ ਇੱਕ ਚਾਅ ਹੁੰਦਾ ਕਿ ਮੈਂ ਦੂਰੋਂ ਵੇਖ ਲਵਾਂ। ਜਿਨ੍ਹਾਂ ਨੂੰ ਚਾਅ ਹੈ ਨਾ ਪ੍ਰਮਾਤਮਾ ਦੀ ਪ੍ਰਾਪਤੀ ਦਾ, ਉਹ ਸਰੀਰ ਰੂਪੀ ਘਰ ਦੇ ਵਿੱਚ ਉਸ ਪ੍ਰਮਾਤਮਾ ਦੇ ਇੰਤਜ਼ਾਰ ਨੂੰ ਕਰਦੇ, ਕਦੋਂ ਪ੍ਰਾਪਤ ਹੋਵੇਗਾ, ਕਦੋਂ ਪ੍ਰਾਪਤ ਹੋਵੇਗਾ। ਸਗਲ ਭਵਨ ਕੇ ਨਾਇਕਾ ਇੱਕ ਛਿਨ, ਇਹ ਉਹਨਾਂ ਦੀ ਭਾਵਨਾ ਬਣ ਜਾਂਦੀ ਹੈ। ਇਹ ਦੋਏ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ। ਉਹ ਕਹਿੰਦੇ ਵੀ ਇਹ ਸਰੀਰ ਦੇ ਵਿੱਚ ਤੇਰੀ ਸਾਨੂੰ ਪ੍ਰਾਪਤੀ ਹੋ ਜਾਵੇ। ਅਸੀਂ ਇਹ ਸਰੀਰ ਲੈ ਕੇ ਤੇਰੇ ਦਰ 'ਤੇ ਖਲੋਤੇ ਹਾਂ। ਕਾਹਦੇ ਵਾਸਤੇ? ਤੇਰੀ ਪ੍ਰਾਪਤੀ ਵਾਸਤੇ। ਘਰ ਆਪਣੜੈ ਖੜੀ ਤੱਕਾਂ, ਮੈਂ ਆਪਣੇ ਸਰੀਰ ਰੂਪੀ ਘਰ ਦੇ ਅੰਦਰ ਖੜ ਕੇ ਤੇਰੇ ਦਰਸ਼ਨਾਂ ਨੂੰ ਕਰਨ ਵਾਸਤੇ ਤੇਰੀ ਉਡੀਕ ਨੂੰ ਤੱਕ ਰਹੀ ਹਾਂ। ਮੈਂ ਮਨ ਚਾਓ ਕਨੇਰਾ ਰਾਮ, ਮੇਰੇ ਮਨ ਦੇ ਵਿੱਚ ਕਨੇਰਾ ਕਹੀਏ ਬਹੁਤਾ ਚਾਅ ਹੈ। ਸਾਨੂੰ ਕੋਈ ਬਹੁਤੀ ਵਧੀਆ ਵਸਤੂ ਮਿਲਣੀ ਹੋਵੇ ਔਰ ਪਹਿਲੀ ਵਾਰ ਮਿਲਣੀ ਹੋਵੇ, ਉਹਦਾ ਚਾਅ ਵਿਖਿਆਨ ਕਿਹਾ ਨਹੀਂ ਜਾ ਸਕਦਾ। ਮਹਾਰਾਜ ਤੁਹਾਡੇ ਦਰਸ਼ਨ ਵੀ ਤੇ ਪਹਿਲੀ ਵਾਰੀ ਹੋਣੇ ਨਾ, ਇਸ ਕਰਕੇ ਮੈਂ ਮਨ ਚਾਓ ਕਨੇਰਾ ਰਾਮ, ਮੇਰੇ ਮਨ ਵਿੱਚ ਬਹੁਤਾ ਚਾਅ ਹੈ, ਬੜਾ ਉਤਸ਼ਾਹ ਹੈ, ਬੜੀ ਖੁਸ਼ੀ ਹੈ ਵੀ ਕਦੋਂ ਸਮਾਂ ਆਵੇਗਾ ਜਦੋਂ ਤੇਰੇ ਦਰਸ਼ਨ ਪ੍ਰਾਪਤ ਹੋਣਗੇ। ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿਤ ਤੁਮਰੈ ਦੁਆਰੈ ਆਇਆ।
ਐਸੀ ਦਾਤ ਮੈਨੂੰ ਮਿਲਣਾ ਕਰੇ। ਮਨ ਚਾਓ ਕਨੇਰਾ ਸੁਣ ਪ੍ਰਭ ਮੇਰਾ। ਐ ਪ੍ਰਮਾਤਮਾ ਮੇਰੀ ਬੇਨਤੀ ਸੁਣ, ਮੇਰੇ ਮਨ ਵਿੱਚ ਬਹੁਤਾ ਚਾਅ ਹੈ, ਬਹੁਤਾ ਚਾਅ ਹੈ। ਮੈਂ ਤੇਰਾ ਪਰਵਾਸਾ। ਚਾਅ ਦਾ ਕਾਰਨ ਇਹ ਹੈ ਵੀ ਮੈਨੂੰ ਇੱਕ ਤੇਰਾ ਹੀ ਭਰੋਸਾ ਹੈ। ਦੁਨੀਆ ਨੂੰ ਭਰੋਸਾ ਕਿਸੇ ਨੂੰ ਬਾਪ ਦਾ, ਕਿਸੇ ਨੂੰ ਪੁੱਤਰ ਦਾ, ਕਿਸੇ ਨੂੰ ਭੈਣ ਦਾ, ਕਿਸੇ ਨੂੰ ਭਰਾ ਦਾ, ਕੋਈ ਕਾਨੂੰਨ ਦਾ ਸਹਾਰਾ ਲੈ ਕੇ ਖਲੋਤਾ, ਕੋਈ ਸਰਕਾਰ ਦੇ ਸਹਾਰੇ ਹੈ, ਪਰ ਮੈਨੂੰ ਤੇ ਕੇਵਲ ਇੱਕ ਤੇਰਾ ਹੀ ਭਰੋਸਾ ਹੈ। ਮੋਸੋ ਨਾ ਅਨਾਥ, ਨਾਥ ਨਾ ਤੋਸਰ। ਮੋਸੋ ਭਿਖਾਰੀ, ਮੇਰੇ ਵਰਗਾ ਭਿਖਾਰੀ ਨਹੀਂ, ਮੇਰੇ ਵਰਗਾ ਅਨਾਥ ਨਹੀਂ, ਤੇਰੇ ਵਰਗਾ ਦਾਤਾ ਨਹੀਂ। ਦੁਨੀਆ ਨੂੰ ਭਰੋਸਾ ਤੇ ਕਿਸੇ ਕਿਸੇ ਦਾ ਹੋ ਸਕਦਾ ਹੈ, ਪਰ ਮੈਨੂੰ ਤੇਰੇ ਬਿਨਾ ਕਿਸੇ ਦਾ ਭਰੋਸਾ ਨਹੀਂ ਹੈ। ਦਰਸ਼ਨ ਦੇਖ ਭਈ ਨਹਿ ਕੇਵਲ। ਜਦੋਂ ਆਪ ਜੀ ਦੇ ਪਾਵਨ ਪਵਿੱਤਰ ਦਰਸ਼ਨ ਦੇਖ ਲੈ, ਦਰਸ਼ਨਾਂ ਦੀ ਪ੍ਰਾਪਤੀ ਹੋ ਗਈ, ਭਈ ਨਹਿ ਕੇਵਲ, ਮੈਂ ਸੁੱਧ ਸਰੂਪ ਹੋ ਗਈ, ਮੈਂ ਸ਼ੁੱਧ ਹੋ ਗਿਆ। ਜਿਹੜੇ ਅਵਗੁਣ ਸਨ, ਪਾਪ ਸਨ, ਗੁਨਾਹ ਸਨ, ਉਹ ਸਾਰੇ ਮਾਫ ਹੋ ਗਏ ਤੇ ਮੈਂ ਸੁੱਧ ਸਰੂਪ ਨੂੰ ਪ੍ਰਾਪਤ ਹੋਈ ਹਾਂ। ਜਨਮ ਮਰਨ ਦੁਖ ਨਾਸਾ। ਇਹ ਜੰਮਣਾ ਤੇ ਮਰਨਾ ਗੁਰਮੁਖੋ ਬੜਾ ਵੱਡਾ ਦੁੱਖ ਹੈ। ਗੁਰਬਾਣੀ ਦੇ ਵਿੱਚ ਭਗਤਾਂ ਨੇ ਸਭ ਤੋਂ ਵੱਡਾ ਦੁੱਖ ਜੰਮਣ ਦਾ ਔਰ ਮਰਨ ਦਾ ਲਿਖਿਆ। ਦੁੱਖ ਤੇ ਬੜੇ ਨੇ, ਭੁੱਖ ਦਾ ਵੀ ਦੁੱਖ ਹੈ, ਨੀਂਦ ਦਾ ਵੀ ਦੁੱਖ ਹੈ। ਸਾਡੇ ਨਾਲੋਂ ਕੋਈ ਸਾਡਾ ਪਿਆਰਾ ਸੰਬੰਧੀ ਵਿਛੜ ਜਾਵੇ, ਸਾਨੂੰ ਉਹਦਾ ਵੀ ਦੁੱਖ ਹੈ। ਕੋਈ ਵਿਛੜ ਗਿਆ ਸਰੀਰ ਸਾਡੇ ਨਾਲੋਂ, ਸਾਨੂੰ ਉਹਦਾ ਦੁੱਖ ਹੈ। ਮੰਨ ਲਓ ਮਾਂ ਛੱਡ ਗਈ ਨਾ ਬੱਚੇ ਨੂੰ, ਬੱਚਾ ਮਾਂ ਨੂੰ ਸਦਾ ਯਾਦ ਕਰਦਾ। ਜਦੋਂ ਕਿਤੇ ਉਹਨੂੰ ਖੁਸ਼ੀ ਦਿੰਦਾ ਨਾ ਰੱਬ, ਮੰਨ ਲਓ ਵਿਆਹ ਹੈ, ਭਾਵੇਂ ਉਹ ਲੜਕੀ ਤੇ ਭਾਵੇਂ ਲੜਕਾ ਹੈ, ਉਦੋਂ ਯਾਦ ਕਰਕੇ ਆਪਣੀ ਮਾਂ ਨੂੰ ਰੋਂਦਾ ਹੈ। ਕੋਈ ਭੈਣ ਹੈ, ਕੋਈ ਭਰਾ ਹੈ, ਉਹ ਵੀ ਯਾਦ ਕਰਕੇ ਰੋਂਦਾ ਹੈ। ਸਰੀਰ ਦੇ ਵਿਛੜਨ ਦਾ ਵੀ ਦੁੱਖ ਹੈ, ਭੁੱਖ ਦਾ ਵੀ ਦੁੱਖ ਹੈ, ਨੀਂਦ ਦਾ ਵੀ ਦੁੱਖ ਹੈ, ਪਰ ਇਹਨਾਂ ਸਾਰਿਆਂ ਦੁੱਖਾਂ ਦੇ ਵਿੱਚੋਂ ਵੱਡਾ ਦੁੱਖ ਜੰਮ ਕੇ ਆਉਣ ਦਾ ਹੈ ਔਰ ਮਰ ਕੇ ਜਾਣ ਦਾ ਹੈ। ਪਰ ਜਿਨ੍ਹਾਂ ਉੱਪਰ ਕਿਰਪਾ ਹੋਈ ਹੈ, ਜਨਮ ਮਰਨ ਦੁੱਖ ਨਾਸਾ, ਜਿਨ੍ਹਾਂ ਨੂੰ ਦਰਸ਼ਨ ਪ੍ਰਾਪਤ ਹੋ ਗਏ, ਉਹਨਾਂ ਦੇ ਜੰਮਣ ਮਰਨ ਦੇ ਦੁੱਖ ਨਾਸ ਹੋ ਜਾਂਦੇ ਹਨ। ਸਗਲੀ ਜੋਤ ਜਾਤਾ ਤੂੰ ਸੋਈ, ਮਿਲਿਆ ਭਾਏ ਸੁਭਾਏ। ਜਿੰਨੀਆਂ ਵੀ ਜੋਤੀਆਂ ਹਨ, ਜਿੰਨੇ ਵੀ ਸਰੀਰ ਹਨ, ਸਾਰੇ ਸਰੀਰਾਂ ਵਿੱਚ ਤੇਰੀ ਜੋਤ ਕੰਮ ਕਰਦੀ ਹੈ। ਜੋਤੀ ਸਰੂਪ ਪਰਮਾਤਮਾ, ਜਾਤਾ ਤੂੰ ਸੋਈ, ਤੈਨੂੰ ਉਹਨਾਂ ਨੇ ਜਾਣਿਆ ਹੈ ਜਿਨ੍ਹਾਂ ਨੂੰ ਭਾਏ ਪ੍ਰੇਮ ਪ੍ਰਾਪਤ ਹੋਇਆ, ਜਿਨ੍ਹਾਂ ਤੇਰੇ ਨਾਲ ਪ੍ਰੇਮ ਕੀਤਾ ਹੈ ਨਾ। ਜਾਤਾ ਤੂੰ ਸੋਈ, ਉਹਨਾਂ ਨੇ ਤੈਨੂੰ ਜਾਣਿਆ ਹੈ। ਔਰ ਮਿਲਿਆ ਸੁਭਾਏ, ਤੂੰ ਸੁਭਾਵਕ ਹੀ ਮਿਲਦਾ ਹੈ। ਕੋਈ ਬੰਦਾ ਆਖੇ ਨਾ ਵੀ ਮੈਂ ਯਤਨ ਕਰ ਲਵਾਂ, ਜ਼ੋਰ ਲਾ ਲਵਾਂ, ਜ਼ੋਰ ਲਾ ਕੇ ਨਹੀਂ ਉਹ ਮਿਲਦਾ ਹੈ। ਮਿਲਿਆ ਭਾਏ ਸੁਭਾਏ, ਜਿਨ੍ਹਾਂ ਦਾ ਪ੍ਰੇਮ ਹੈ ਉਹਨਾਂ ਨੂੰ ਸੁਭਾਵਕ ਹੀ ਉਹ ਮਿਲਦਾ ਹੈ, ਆਪਣੇ ਆਪ ਆ ਕੇ ਮਿਲਦਾ ਹੈ। ਨਾਨਕ ਸਾਜਣ ਕੋ ਬਲ ਜਾਈਐ। ਉਹ ਜੋ ਲੋਕ ਪਰਲੋਕ ਦਾ ਸੱਜਣ ਹੈ ਨਾ ਪਰਮਾਤਮਾ, ਭਾਈ ਉਹ ਤੋਂ ਬਲਿਹਾਰ ਜਾਈਏ। ਜਿਹੜਾ ਐਸ ਲੋਕ ਦਾ ਵੀ ਸੱਜਣ ਹੈ, ਜਿਹੜਾ ਪਰਲੋਕ ਦਾ ਵੀ ਸੱਜਣ ਹੈ, ਉਹ ਸੱਜਣ ਪਰਮਾਤਮਾ ਤੋਂ ਬਲਿਹਾਰ ਜਾਣਾ ਕਰੀਏ। ਸਾਚ ਮਿਲੇ ਘਰ ਆਏ। ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋਈ ਹੈ ਨਾ, ਉਹ ਸੱਚ ਨਾਮ ਨੂੰ ਜਪਣ ਵਾਲੇ, ਸੱਚ ਨਾਮ ਦੇ ਨਾਲ ਮਿਲਣ ਵਾਲੇ ਘਰ ਆਏ, ਸਰੂਪ ਰੂਪੀ ਘਰ ਵਿੱਚ ਆ ਕੇ ਸੱਚੇ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦੇ। ਉਹਨਾਂ ਦੇ ਹਿਰਦੇ ਰੂਪ ਘਰ ਵਿੱਚ ਪਰਮਾਤਮਾ ਆ ਕੇ ਪ੍ਰਾਪਤ ਹੋਇਆ ਹੈ। ਘਰ ਆਈੜੇ ਸਾਜਣਾ, ਤਾਂ ਧਨ ਖਰੀ ਸਰਸੀ ਰਾਮ। ਮਹਾਰਾਜ ਬਖਸ਼ਿਸ਼ ਕਰਦੇ, ਐ ਰਾਮ, ਐ ਪਰਮਾਤਮਾ, ਤੂੰ ਲੋਕ ਤੇ ਪਰਲੋਕ ਦਾ ਸੱਜਣ ਹੈ। ਇਸ ਦੁਨੀਆ ਵਿੱਚ ਵੀ ਤੂੰ ਛੱਡ ਕੇ ਨਹੀਂ ਜਾਂਦਾ। ਦੁਨੀਆ ਵਿੱਚ ਸਾਡਾ ਰਿਸ਼ਤੇਦਾਰ ਕੋਈ ਕਿੰਨਾ ਵੀ ਨੇੜੇ ਦਾ ਕਿਉਂ ਨਾ ਹੋਵੇ, ਬਿਪਤਾ ਪੈ ਜਾਵੇ ਨਾ, ਕੋਈ ਦੁੱਖ ਪੈ ਜਾਵੇ, ਨੇੜੇ ਦਾ ਰਿਸ਼ਤੇਦਾਰ ਛੱਡ ਕੇ ਵੀ ਦੂਰ ਹੋ ਜਾਂਦਾ ਹੈ। ਤੇ ਪਰਲੋਕ ਦੇ ਵਿੱਚ ਚਲੋ ਕੋਈ ਨਾਲ ਜਾ ਹੀ ਨਹੀਂ ਸਕਦਾ। ਪਰਮਾਤਮਾ ਇਹੋ ਜਿਹਾ, ਜੇ ਤੇਰੇ ਤੇ ਇੱਥੇ ਬਿਪਤਾ ਪੈ ਗਈ ਹੈ ਨਾ ਇਸ ਦੁਨੀਆ ਦੇ ਵਿੱਚ, ਇੱਥੇ ਵੀ ਤੈਨੂੰ ਛੱਡਦਾ ਨਹੀਂ, ਉਹ ਤੇਰੇ ਨਾਲ ਰਹਿੰਦਾ ਹੈ। ਤੇ ਪਰਲੋਕ ਦੇ ਵਿੱਚ ਵੀ ਤੇਰੇ ਨਾਲ ਨਿਭਦਾ, ਉਹਨੂੰ ਤਾਂ ਸੱਜਣ ਆਖਿਆ ਜਾਂਦਾ ਹੈ। ਘਰ ਆਇੜੇ,
ਜਦੋਂ ਸਰੂਪ ਰੂਪੀ ਘਰ ਦੇ ਵਿੱਚ ਆ ਕੇ ਪ੍ਰਾਪਤ ਹੋਏ, ਉਦੋਂ ਉਹ ਪਰਮਾਤਮਾ ਜਿਹੜਾ ਹੈ ਉਹ ਸਾਨੂੰ ਪ੍ਰਾਪਤ ਹੋਇਆ ਹੈ। ਹਰ ਮੋਹਿਣੀ ਸਾਚ ਸ਼ਬਦ ਤਾਂ ਧਨ ਖਰੀ ਸਰਸੀ ਰਾਮ। ਇਹ ਜੋ ਧਨ ਜੀਵ ਰੂਪ ਇਸਤਰੀ ਹੈ, ਇਹ ਕਹਿ ਲਈਏ ਸਹਿਤ ਰਸਾਂ ਦੇ ਹੋਈ ਹੈ, ਸਹਿਤ ਰਸ ਦੇ, ਸਹਿਤ ਆਨੰਦ ਦੇ ਹੋ ਗਈ ਹੈ ਜਦੋਂ ਉਹ ਪ੍ਰਮਾਤਮਾ ਇਸ ਦੇ ਹਿਰਦੇ ਰੂਪੀ ਘਰ ਵਿੱਚ ਆਇਆ ਹੈ। ਹਰ ਮੋਹਿਣੀ ਸਾਚ ਸ਼ਬਦ ਗੁਰਮੁਖੋ, ਜਿਨ੍ਹਾਂ ਨੇ ਸ਼ਬਦ ਕਹੀਏ ਉਪਦੇਸ਼, ਗੁਰੂ ਦੇ ਸੱਚੇ ਉਪਦੇਸ਼ ਦੀ ਕਮਾਈ ਕੀਤੀ ਹੈ, ਤੇ ਉਹਨਾਂ ਨੇ ਪਰਮਾਤਮਾ ਨੂੰ ਮੋਹ ਲਿਆ ਹੈ। ਪਰਮਾਤਮਾ ਵੀ ਮੋਹਿਆ ਜਾਂਦਾ ਹੈ, ਪਰ ਦੁਨੀਆ ਦੇ ਪਦਾਰਥਾਂ ਨਾਲ ਨਹੀਂ ਮੋਹਿਆ ਜਾਂਦਾ। ਪਰਮਾਤਮਾ ਮੋਹਿਆ ਜਾਂਦਾ ਪ੍ਰੇਮ ਦੇ ਨਾਲ। ਜਿਵੇਂ ਮਾਂ ਦਾ ਮੋਹ ਬੱਚੇ ਦੇ ਨਾਲ ਹੈ, ਮਾਂ ਬੱਚੇ ਦੇ ਮਗਰ ਮਗਰ ਦੌੜੀ ਫਿਰਦੀ ਹੈ। ਕਬੀਰ ਸਾਹਿਬ ਜੀ ਕਹਿਣ ਲੱਗੇ, ਪਾਛੈ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਭਗਤਾਂ ਦੇ ਉੱਪਰ ਰੱਬ ਮੋਹਿਆ ਜਾਂਦਾ ਹੈ। ਜਿੱਧਰ ਨੂੰ ਭਗਤ ਜਾਂਦੇ, ਰੱਬ ਮਗਰ ਮਗਰ ਦੌੜਿਆ ਫਿਰਦਾ ਹੈ, ਉਹਨਾਂ ਦਾ ਨਾਂ ਲੈ ਲੈ ਕੇ ਪੁਕਾਰਦਾ ਹੈ। ਮਹਾਰਾਜ ਕਹਿਣ ਲੱਗੇ, ਹਰ ਮੋਹਿੜੀ, ਜਿਨ੍ਹਾਂ ਨੇ ਉਸ ਹਰੀ ਪਰਮਾਤਮਾ ਨੂੰ ਮੋਹ ਲਿਆ ਹੈ, ਉਹ ਜਿਹੜੇ ਗੁਰਮੁਖ ਹਨ, ਸਾਚ ਸ਼ਬਦ, ਸੱਚੇ ਉਪਦੇਸ਼ ਕਰਕੇ ਰੱਬ ਨੂੰ ਮੋਹ ਸਕੇ ਹਨ। ਠਾਕੁਰ ਦੇਖ ਰਹੰਸੀ ਰਾਮ। ਉਹ ਫਿਰ ਠਾਕੁਰ ਪਰਮਾਤਮਾ ਦਾ ਦਿਦਾਰਾ ਕਰਕੇ ਆਨੰਦ ਦੇ ਸਹਿਤ ਹੋ ਗਏ, ਆਨੰਦ ਦੀ ਪ੍ਰਾਪਤੀ ਵਾਲੇ ਹੁੰਦੇ ਹਨ। ਗੁਣ ਸੰਗ